हेलो फ्रेंड्स, वेलकम बैक टू दिस एजुकेशनल चैनल जीके ज्ञान विद गाइडेंस। ਅੱਜ ਆਪਾਂ ਇਸ ਵੀਡੀਓ 'ਚ ਪੰਜਾਬ ਮਾਸਟਰ ਕੈਡਰ ਦਾ ਸੋਸ਼ਲ ਸਟੱਡੀਜ਼ ਦਾ ਪੇਪਰ ਕਰਾਂਗੇ ਤੇ ਇਹਦੇ ਵਿੱਚ ਆਪਾਂ ਸਿਵਿਕਸ ਪਾਰਟ ਕਰਾਂਗੇ ਜਿਹੜਾ ਕਿ 2016 ਵਿੱਚ ਆਇਆ ਸੀ। ਉਹਦੇ 75 ਕੁਐਸਚਨਸ ਦੇਖਾਂਗੇ ਤੇ ਉਹਨਾਂ ਦੇ ਆਨਸਰ ਦੇਖਾਂਗੇ। ਜਿਹੜਾ ਇਹ ਸੈੱਟ ਹੈ ਇਹ ਹੈਗਾ ਸੈੱਟ ਨੰਬਰ ਸੀ ਜਿਹੜਾ ਆਪਾਂ ਕਰਨਾ ਹੈ। ਤਾਂ ਦੇਖਦੇ ਆਂ ਦਾ ਪਹਿਲਾ ਕੁਐਸਚਨ ਤੇ ਸਿਵਿਕਸ ਪਾਰਟ ਦਾ ਪਹਿਲਾ ਕੁਐਸਚਨ ਦੇਖਦੇ ਆਂ। Which schedule in the Indian Constitution is related to the language? ਭਾਰਤੀ ਸੰਵਿਧਾਨ ਵਿੱਚ ਕਿਹੜੀ ਸੂਚੀ ਭਾਸ਼ਾਵਾਂ ਨਾਲ ਸੰਬੰਧਿਤ ਹੈ? ਤੇ ਆਨਸਰ ਹੈ 7th 8th 9th ਜਾਂ 10th। ਤੇ ਇਹਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਬੀ। 8ਵੀਂ ਸੂਚੀ ਜਿਹੜੀ ਹੈਗੀ ਹੈ ਉਹ ਭਾਸ਼ਾਵਾਂ ਨਾਲ ਰਿਲੇਟਡ ਹੈ। ਉਸ ਤੋਂ ਬਾਅਦ ਹੈ ਕੁਐਸਚਨ ਨੰਬਰ ਸੈਕਿੰਡ। ਆਰਟੀਕਲ 51A ਸਟੈਂਡਸ ਫॉर ਆਰਟੀਕਲ 51A ਤੋਂ ਕੀ ਭਾਵ ਹੈ? ਰਾਜਨੀਤੀ ਦੇ ਨਿਰਦੇਸ਼ਾਤਮਕ ਸਿਧਾਂਤ, ਮੁੱਢਲੇ ਅਧਿਕਾਰ, ਮੁੱਢਲੇ ਫਰਜ਼, ਉਪਰੋਕਤ ਕੋਈ ਨਹੀਂ। ਤੇ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਸੀ ਫੰਡਾਮੈਂਟਲ ਡਿਊਟੀਜ਼ ਜਾਂ ਮੁੱਢਲੇ ਫਰਜ਼। ਤੇ ਉਸ ਤੋਂ ਬਾਅਦ ਕੁਐਸਚਨ ਨੰਬਰ 3 ਅੰਡਰ ਵਿਚ ਐਕਟ ਯੂਨਿਟੀ ਆਫ ਦ ਨੇਸ਼ਨ ਵਾਸ ਇਨਕੋਰਪੋਰੇਟਡ ਇਨ ਦ ਇੰਡੀਅਨ ਕਨਸਟੀਟਿਊਸ਼ਨ। ਕਿਸ ਐਕਟ ਅਧੀਨ ਰਾਸ਼ਟਰ ਦੀ ਏਕਤਾ ਨੂੰ ਭਾਰਤੀ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ ਸੀ? ਤੇ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਏ 42ਵੀਂ ਸ਼ੋਧ ਐਕਟ 1976 ਵਿੱਚ ਇਨਕੋਰਪੋਰੇਟ ਕੀਤਾ ਗਿਆ ਸੀ। ਉਸ ਤੋਂ ਬਾਅਦ ਹੈ ਨੈਕਸਟ ਕੁਐਸਚਨ ਨੰਬਰ 4 ਕੇਸ਼ਵਾਨੰਦ ਭਾਰਤੀ ਕੇਸ ਇਜ਼ ਐਸੋਸੀਏਟਡ ਵਿਦ। ਕੇਸ਼ਵਾਨੰਦ ਦਾ ਭਾਰਤੀ ਕੇਸ ਸੰਬੰਧਿਤ ਹੈ ਭਾਰਤੀ ਸੰਵਿਧਾਨ ਦੇ ਮੁੱਢਲੇ ਢਾਂਚੇ ਨਾਲ, ਸੂਚਨਾ ਦੇ ਅਧਿਕਾਰ ਨਾਲ, ਸੰਘਵਾਦ ਨਾਲ, ਸੁਤੰਤਰਤਾ ਦੇ ਅਧਿਕਾਰ ਨਾਲ। ਤੇ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਏ ਭਾਰਤੀ ਸੰਵਿਧਾਨ ਦੇ ਮੁੱਢਲੇ ਢਾਂਚੇ ਨਾਲ ਜਾਂ ਬੇਸਿਕ ਸਟਰਕਚਰ ਆਫ ਇੰਡੀਅਨ ਕਨਸਟੀਟਿਊਸ਼ਨ। ਨੈਕਸਟ ਹੈ ਕੁਐਸਚਨ ਨੰਬਰ 5 ਦ ਆਰਟੀਕਲ 14 ਆਫ ਦ ਇੰਡੀਅਨ ਕਨਸਟੀਟਿਊਸ਼ਨ ਗਾਰੰਟੀਜ਼। ਭਾਰਤੀ ਸੰਵਿਧਾਨ ਦਾ ਆਰਟੀਕਲ 14 ਤਸਦੀਕ ਕਰਦਾ ਹੈ ਰਾਈਟ ਟੂ ਇਨਫੋਰਮੇਸ਼ਨ, ਰਾਈਟ ਟੂ ਐਜੂਕੇਸ਼ਨ, ਰਾਈਟ ਟੂ ਇਕੁਐਲਿਟੀ, ਰਾਈਟ ਟੂ ਇੰਪਲੋਇਮੈਂਟ। ਤੇ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਸੀ ਰਾਈਟ ਟੂ ਇਕੁਐਲਿਟੀ। ਨੈਕਸਟ ਹੈ क्वेश्चन नंबर 6 मंडल कमीशन फोकस्ड ऑन। मंडल कमीशन केंद्रित है बैकवर्ड क्लासेस, ट्राइबल्स, माइनॉरिटीज, फॉरनर्स। ਤੇ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਏ बैकवर्ड क्लासेस पिछड़े वर्गां ते। ਤੇ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 7 व्हाट इज द कंडीशन ऑफ लॉ। ਕਾਨੂੰਨ ਦੀ ਸ਼ਰਤ ਕੀ ਹੈ? ਆਪਸ਼ਨਸ ਹੈ ਡੈਫੀਨਿਟ, ਆਬਜੈਕਟਿਵ, ਸਬਜੈਕਟਿਵ, ਬੋਥ ਏ ਐਂਡ ਬੀ। ਤੇ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਡੀ ਬੋਥ ए एंड बी, यानी कि स्पष्ट है ते वास्तविक है, दोनों ही जेड़े कंडीशन ऑफ लॉ है। नेक्स्ट क्वेश्चन देखते हैं क्वेश्चन नंबर 8 हु प्रेफर्स इकोनॉमिक इक्वालिटी। आर्थिक समानता नू कौन तरजीह दिंदा है? ते ऑप्शंस है मार्क्सिस्ट, कैपिटलिस्ट, लिबरल या सिंडिकल। ਤੇ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਏ ਮਾਰਕਸਿਸਟ, यानी कि ਮਾਰਕਸਵਾਦੀ ਜੋ ਹੈ ਇਕਨੋਮਿਕ ਇਕੁਐਲਿਟੀ ਨੂੰ ਫੋਰਸ ਕਰਦਾ ਹੈ ਜਾਂ ਪ੍ਰੈਫਰ ਕਰਦਾ ਹੈ। ਉਸ ਤੋਂ ਬਾਅਦ ਹੈ ਕੁਐਸਚਨ ਨੰਬਰ 9 ਵਿਚ ਲੈਂਗੁਏਜ ਇਜ਼ ਵਰਡ ਜਸਟਿਸ ਡਿਰਾਈਵਡ ਫਰੋਮ। ਸ਼ਬਦ ਜਸਟਿਸ ਕਿਹੜੀ ਭਾਸ਼ਾ ਤੋਂ ਲਿੱਤਾ ਗਿਆ ਹੈ? ਗ੍ਰੀਕ, ਫ੍ਰੈਂਚ, ਲੈਟਿਨ ਜਾਂ ਜਾਪਾਨੀਜ਼। ਤੇ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਸੀ लैटिन, यानी कि लातीनी भाषा तो लिता गया है। नेक्स्ट है क्वेश्चन नंबर 10 विच स्टेट ऑफ डीएमके पार्टी बिलोंग्स टू। डीएमके पार्टी केड़ी स्टेट तो बिलोंग करती है? ऑप्शंस है तमिलनाडु, कर्नाटका, आंध्र प्रदेश ते केरला। ते इसका राइट आंसर ऑप्शन नंबर ए तमिलनाडु तो बिलोंग करती है। नेक्स्ट क्वेश्चन है क्वेश्चन नंबर 11 हु व्हाट डज द चिपको मूवमेंट स्टैंड फॉर। चिपको मूवमेंट तो की भाव है? चीप फूड, प्रोटेक्शन ऑफ ट्रीज एंड फॉरेस्ट, ऑटोनॉमी, एजुकेशन। ते इसका राइट आंसर है ऑप्शन नंबर बी प्रोटेक्शन ऑफ ट्रीज, प्रोटेक्शन ऑफ ट्रीज एंड फॉरेस्ट। ते इसका राइट आंसर हो जाएगा बी दरख्तां ते जंगलां दी सुरक्षा। नेक्स्ट है क्वेश्चन नंबर 12 विच पार्टी सिस्टम इज प्रेवलेंट इन इंडिया। इंडिया विच भारत विच केड़ी पार्टी प्रणाली प्रचलित है? ऑप्शंस हैं सिंगल पार्टी सिस्टम, टू पार्टी सिस्टम, मल्टी पार्टी सिस्टम, मिलिट्री सिस्टम। ते इसका राइट आंसर है ऑप्शन नंबर सी मल्टी पार्टी सिस्टम या बहुपार्टी प्रणाली। नेक्स्ट है क्वेश्चन नंबर 13 हु रेस्ड द स्लोगन गरीबी हटाओ। गरीबी हटाओ नारा किसने चुक्या सी? ऑप्शंस हैं जवाहरलाल नेहरू, इंदिरा गांधी, मोरारजी देसाई, ज्योति बसु। ते इसका राइट आंसर है ऑप्शन नंबर बी इंदिरा गांधी। इंदिरा गांधी ने गरीबी हटाओ जो स्लोगन है वो चुक्या सी। इसके बाद है ऑप्शन नंबर क्वेश्चन नंबर 14 विच स्टेट इज एट्रीब्यूटेड टू द फ्रेज आया राम गया राम। उक्ति आया राम गया राम नाल केड़ा राज्य संबंधित है? हरियाणा, पंजाब, बिहार या
ਆਂਧਰ ਪ੍ਰਦੇਸ਼। ਤੇ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਏ ਹਰਿਆਣਾ। ਹਰਿਆਣਾ ਜਿਹੜਾ ਹੈਗੀ ਉਹ ਇਹ ਉਕਤੀ ਨਾਲ ਸੰਬੰਧਿਤ ਹੈ, ਆਪਸ਼ਨ ਨੰਬਰ ਏ। ਨੈਕਸਟ ਕੁਐਸਚਨ ਦੇਖਦੇ ਹਾਂ। ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 15, ਵਿਚ ਪਾਰਟੀ ਫਾਰਮਡ ਗਵਰਨਮੈਂਟ ਐਟ ਦੀ ਸੈਂਟਰ ਇਨ 1977। 1977 ਵਿੱਚ ਕੇਂਦਰ ਵਿੱਚ ਕਿਹੜੀ ਪਾਰਟੀ ਨੇ ਸਰਕਾਰ ਬਣਾਈ ਸੀ? ਆਪਸ਼ਨਸ ਹੈ ਜਨਸੰਘ, ਜਨਤਾ ਪਾਰਟੀ, ਲੋਕ ਦਲ, स्वतंत्र पार्टी। ਤੇ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਬੀ, ਜਨਤਾ ਪਾਰਟੀ ਨੇ ਸਰਕਾਰ ਬਣਾਈ ਸੀ। ਨੈਕਸਟ ਕੁਐਸਚਨ ਹੈ ਹੂ ਇਜ਼ ਐਸੋਸੀਏਟਡ ਵਿਦ ਦ ਟੋਟਲ ਰੈਵੋਲੂਸ਼ਨ। ਸਮੁੱਚੇ ਇਨਕਲਾਬਾਂ ਨਾਲ ਕੌਣ ਸੰਬੰਧਿਤ ਹੈ? ਆਪਸ਼ਨਸ ਹੈ ਜੈ ਪ੍ਰਕਾਸ਼ ਨਾਰਾਇਣ, ਵਿਨੋਬਾ ਭਾਵੇ, ਆਚਾर्य कृपलानी, बाबा आमटे। ਤੇ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਏ जय प्रकाश नारायण। टोटल रेवोल्यूशन समूचे इंकलाबा नाल संबंधित है। नेक्स्ट है क्वेश्चन नंबर 17, मेंशन द परसेंटेज ऑफ वोट्स द बीजेपी गोट इन लोक सभा इलेक्शन ऑफ 2014। 2014 ਵਿੱਚ ਲੋਕ ਸਭਾ ਚੋਣਾਂ 2014 ਵਿੱਚ ਬੀਜੇਪੀ ਨੂੰ ਪ੍ਰਾਪਤ ਵੋਟਾਂ ਦੀ ਪ੍ਰਤੀਸ਼ਤ ਦੱਸੋ। ਆਪਸ਼ਨਸ ਹੈ 25.4, 23.7, 31.5 ਤੇ 35। ਤੇ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਸੀ 31.5% ਵੋਟਾਂ ਮਿਲੀਆਂ ਸੀ। ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 18, ਵੈਨ ਵਾਸ ਪੰਜਾਬ ਰੀਆਰਗੇਨਾਈਜ਼ਡ ਔਨ ਦੀ ਬੇਸਿਸ ਆਫ ਲੈਂਗੁਏਜ। ਭਾਸ਼ਾ ਦੇ ਆਧਾਰ ਤੇ ਪੰਜਾਬ ਦਾ ਪੁਨਰ ਸੰਗਠਨ ਕਿਦੋਂ ਕੀਤਾ ਗਿਆ ਸੀ? ਤੇ ਇਸ ਦੇ ਆਪਸ਼ਨਸ ਹੈ 1955, 1960, 1966, 1971। ਤੇ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਸੀ 1966 ਵਿੱਚ ਦੁਬਾਰਾ ਇਹਨੂੰ ਪੁਨਰਗਠਨ ਇਸ ਦਾ ਕੀਤਾ ਗਿਆ ਸੀ। ਉਸ ਤੋਂ ਬਾਅਦ ਕੁਐਸਚਨ ਨੰਬਰ 19, ਦ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਪੁੱਟਸ ਐਮਫੈਸਿਸ ਔਨ। ਆਨੰਦਪੁਰ ਸਾਹਿਬ ਮਤਾ जोर दिंदा है। ऑप्शंस हैं डिमांड फॉर खालिस्तान, मोर ऑटोनॉमी टू स्टेट, महापंजाब, प्रोहिबिशन इन पंजाब। ते इस दा राइट आंसर ऑप्शन नंबर बी, मोर ऑटोनॉमी टू स्टेट, यानी कि राज नूं ज्यादा स्वाधीनता ते जोर दिंदा है। इस दे बाद है क्वेश्चन नंबर 20, विच पार्टी संत हरचंद सिंह लोंगोवाल बिलोंगड टू। संत हरचंद सिंह लोंगोवाल किस पार्टी नाल संबंधित सन? शिरोमणि अकाली दल, शिरोमणि अकाली दल ए, पीपल्स पार्टी ऑफ पंजाब, बीएसपी। ते इस दा राइट आंसर ऑप्शन नंबर ए, शिरोमणि अकाली दल नाल संबंधित सी। नेक्स्ट क्वेश्चन है क्वेश्चन नंबर 21, विच पार्टी लॉन्च द धर्म युद्ध मोर्चा। किस पार्टी ने धर्म युद्ध मोर्चे की शुरुआत की सी? ऑप्शंस है इंडियन नेशनल कांग्रेस, शिरोमणि अकाली दल, बीएसपी, भारतीय जनता पार्टी। तो इसका राइट आंसर है ऑप्शन नंबर बी, शिरोमणि अकाली दल ने धर्म युद्ध मोर्चे की शुरुआत ਕੀਤੀ ਸੀ। ਨੈਕਸਟ ਹੈ ਵਿਚ ਪਾਰਟੀ ਇਜ਼ ਨਾਟ ਇਨ ਪੰਜਾਬ। ਕਿਹੜੀ ਪਾਰਟੀ ਪੰਜਾਬ ਵਿੱਚ ਨਹੀਂ ਹੈ? ਪੰਜਾਬ ਵਿੱਚ ਕਿਹੜੀ ਪਾਰਟੀ ਨਹੀਂ ਹੈ? ਆਪਸ਼ਨਸ ਹੈ ਬਹੁਜਨ ਸਮਾਜ ਪਾਰਟੀ, ਪੀਪਲਸ ਪਾਰਟੀ ਆਫ ਪੰਜਾਬ, ਸ਼੍ਰੋਮਣੀ ਅਕਾਲੀ ਦਲ ਏ, ਭਾਰਤੀ ਜਨਤਾ ਪਾਰਟੀ। ਤੇ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਬੀ, ਪੀਪਲਸ ਪਾਰਟੀ ਆਫ ਪੰਜਾਬ, ਪੰਜਾਬ ਵਿੱਚ ਨਹੀਂ ਹੈ। ਨੈਕਸਟ ਕੁਐਸਚਨ ਦੇਖਦੇ ਹਾਂ, ਵਿਚ ਪਾਰਟੀ ਇਜ਼ ਨਿਊ ਇਨ ਪੰਜਾਬ ਪੋਲਿਟਿਕਸ। ਪੰਜਾਬ ਰਾਜਨੀਤੀ ਵਿੱਚ ਕਿਹੜੀ ਪਾਰਟੀ ਨਵੀਂ ਹੈ? ਆਪਸ਼ਨਸ ਹੈ ਸਮਾਜਵਾਦੀ ਪਾਰਟੀ, ਸ਼ਿਵ ਸੈਨਾ, ਆਮ ਆਦਮੀ ਪਾਰਟੀ ਤੇ ਬੀਐਸਪੀ। ਇਸ ਦਾ ਰਾਈਟ ਆਨਸਰ ਆਪਸ਼ਨ ਨੰਬਰ ਸੀ, ਆਮ ਆਦਮੀ ਪਾਰਟੀ ਪੰਜਾਬ ਵਿੱਚ ਨਵੀਂ ਪਾਰਟੀ ਹੈ। ਨੈਕਸਟ ਕੁਐਸਚਨ ਹੈ 24, ਵਿਚ ਪਾਰਟੀ ਸੁੱਚਾ ਸਿੰਘ ਛੋਟੇਪੁਰ ਬਿਲੋਂਗਸ ਟੂ। ਆਪਸ਼ਨਸ ਹੈ ਬੀਐਸਪੀ, ਬੀਜੇਪੀ, ਪੀਪੀਪੀ, एपी। सुच्चा सिंह छोटेपुर किस पार्टी नाल संबंधित है? ते इस दा राइट आंसर ऑप्शन नंबर डी, आप पार्टी नाल संबंधित है। नेक्स्ट क्वेश्चन है क्वेश्चन नंबर 25, द बलवंत राय जी मेहता रिपोर्ट इज एसोसिएटेड विद। बलवंत राय जी मेहता रिपोर्ट संबंधित है सर्वोदय वर्ग, पंचायती राज, इलेक्टोरल सिस्टम, करप्शन। तो इसका राइट आंसर है ऑप्शन नंबर बी, पंचायत राज नाल संबंधित है। नेक्स्ट क्वेश्चन 26, विच कंसेप्ट इज एसोसिएटेड विद महात्मा गांधी। केड़ी धारणा महात्मा गांधी नाल संबंधित है? तो इसके ऑप्शंस हैं सिंडिकलिज्म, सोशलिज्म, कैपिटलिज्म, ट्रस्टीशिप। तो इसका राइट आंसर हो जाएगा ऑप्शन नंबर डी, ट्रस्टीशिप या अमानतदारी महात्मा गांधी नाल संबंधित है। नेक्स्ट क्वेश्चन देखते हैं क्वेश्चन नंबर 26, विच व्हाट इज द पोजीशन ऑफ एन इंडिविजुअल इन लिबरलिज्म। उदारवाद विच एक व्यक्ति विशेष दी स्थिति की है? ऑप्शंस है सेल्फिश एंटिटी, लिबरेटेड पर्सन, रैशनल सिटीजन, सुपरस्टिशियस पर्सन। तो इसका राइट आंसर है ऑप्शन नंबर सी, रैशनल सिटीजन या विवेकशील नागरिक। नेक्स्ट है क्वेश्चन नंबर 28, द कंसेप्ट ऑफ क्लास स्ट्रगल इज एसोसिएटेड विद। वर्ग संघर्ष की धारणा संबंधित है एडम स्मिथ नाल, कार्ल मार्क्स नाल, जेम्स मिल नाल या जीबी शाह नाल। तो इसका राइट आंसर है ऑप्शन नंबर बी, कार्ल मार्क्स नाल संबंधित है। नेक्स्ट क्वेश्चन है 29,
ਹੂ ਫੋਕਸਡ ਔਨ ਸਾਇੰਟਿਫਿਕ ਸੋਸ਼ਲਿਜ਼ਮ, ਵਿਗਿਆਨਿਕ ਸਮਾਜਵਾਦ ਤੇ ਕਿਸਨੇ ਧਿਆਨ ਕੇਂਦਰ ਕੀਤਾ ਸੀ? ਤੇ ਇਸ ਦੇ ਆਪਸ਼ਨ ਹੈ ਪ੍ਰਾਉਡਹੌਨ, ਸੈਂਟ ਸਾइमन, कार्ल मार्क्स या हेजल। ਤੇ ਇਸ ਦਾ ਰਾਈਟ ਆਨਸਰ ਆਪਸ਼ਨ ਨੰਬਰ ਸੀ, कार्ल मार्क्स ने इस ਦੇ ਉੱਪਰ ਧਿਆਨ ਆਕਰਸ਼ਿਤ ਕੀਤਾ ਸੀ। ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 30, ਹੂ ਵਾਸ ਕਲੋਜ਼ ਐਸੋਸੀਏਟਡ ਆਫ कार्ल मार्क्स। कार्ल मार्क्स ਦਾ ਕਰੀਬੀ ਸਹਿਯੋਗੀ ਕੌਣ ਸੀ? ਆਪਸ਼ਨਸ ਹੈ एफ एंजल्स, स्कॉट्सके, चार्ल्स डार्विन, एल्फ्रेड मार्शल। ਤੇ ਇਸ ਦਾ ਰਾਈਟ ਆਨਸਰ ਆਪਸ਼ਨ ਨੰਬਰ ਏ, एफ एंजल्स। नेक्स्ट क्वेश्चन है 31, आइडेंटिफाई द ऑथर ऑफ हिंद स्वराज। हिंद स्वराज के लेखक की पहचान करो। रविंद्रनाथ टैगोर, लाला लाजपत राय, अरविंद घोष, एम के गांधी। तो इसका राइट आंसर ऑप्शन नंबर डी, एम के गांधी। नेक्स्ट क्वेश्चन है क्वेश्चन नंबर 32, आइडेंटिफाई सर्वोदय लीडर। सर्वोदय लीडर की पहचान करो। मीनू मसानी, विनोबा भावे, राम मनोहर लोहिया, वीवी गिरी। तो इसका राइट आंसर ऑप्शन नंबर बी, विनोबा भावे। नेक्स्ट क्वेश्चन है महात्मा गांधी डिराइव्ड हिज आइडियाज फ्रॉम। महात्मा गांधी ने अपने विचार लए सन। तो इसके ऑप्शंस हैं थोरे तो, एमरसन तो, टोल्स्टॉय तो, ऑल ऑफ देम। तो इसका राइट आंसर हो चुका ऑप्शन नंबर डी, ऑल ऑफ देम। इन्ना सारियां तो ही विचार लए सन। नेक्स्ट क्वेश्चन है विच हाउस इज कॉल्ड द अपर हाउस इन द इंडियन पार्लीमेंट। भारतीय संसद विच केड़ा सदन उपरला सदन कहाउंदा है? ऑप्शंस हैं लोक सभा, राज्य सभा, ग्राम सभा, बोथ ए एंड बी। ते इसका राइट आंसर है ऑप्शन नंबर बी, राज्य सभा। नेक्स्ट क्वेश्चन है क्वेश्चन नंबर 35, हु इज द प्रेसिडेंट ऑफ इंडिया। ऑप्शंस हैं प्रणब मुखर्जी, प्रतिभा पाटिल, हामिद अंसारी, एम जोशी। ते इसका राइट आंसर है ऑप्शन नंबर ए, प्रणब मुखर्जी। जेड़ा ए वाला क्वेश्चन है ए 2016 के अकॉर्डिंग आप देखना है। उसके बाद है नेक्स्ट मैंशन द फर्स्ट प्रेसिडेंट ऑफ इंडिया। भारत का पहले राष्ट्रपति का उल्लेख करो। ऑप्शंस हैं बी आर अंबेडकर, सी राजा गोपालाचारी, राजेंद्र प्रसाद, एस राधा कृष्णन। तो इसका राइट आंसर ऑप्शन नंबर सी, राजेंद्र प्रसाद सी, जेड़े कि इंडिया के फर्स्ट प्रेसिडेंट सी। इसके बाद देखते हैं नेक्स्ट क्वेश्चन नंबर 37, व्हाट इज द टर्म ऑफ प्रेसिडेंट ऑफ इंडिया। भारत के राष्ट्रपति का सेवा काल की है? ऑप्शंस है 3 इयर्स, 5 इयर्स, 6 इयर्स, नो टर्म। तो इसका राइट आंसर ऑप्शन नंबर बी, 5 इयर्स, 5 साल ਲਈ राष्ट्रपति का सेवा काल ਹੁੰਦਾ है। इसके बाद है नेक्स्ट क्वेश्चन नंबर 38, विच आर्टिकल ऑफ कॉन्स्टिट्यूशन डील्स विद द इंपीचमेंट ऑफ द प्रेसिडेंट ऑफ इंडिया। संविधान का केड़ा आर्टिकल भारत के राष्ट्रपति के महादोष नाल संबंधित है? ऑप्शन है आर्टिकल 56, आर्टिकल 60, आर्टिकल 61, आर्टिकल 62। तो इसका राइट आंसर है ऑप्शन नंबर सी, आर्टिकल 61 जेड़ा हैगा है वो राष्ट्रपति के महादोष नाल संबंधित है। उसके बाद है क्वेश्चन नंबर 39, प्रेसिडेंट ऑफ इंडिया कैन एक्सरसाइज एमरजेंसी पावर अंडर विच आर्टिकल ऑफ द इंडियन कॉन्स्टिट्यूशन। भारत का राष्ट्रपति भारतीय संविधान के किस आर्टिकल अधीन आपातकालीन शक्तियां का प्रयोग कर सकता है? ऑप्शंस हैं आर्टिकल 352, आर्टिकल 356, आर्टिकल 360, दे ऑल ऑफ दीज। तो इसका राइट आंसर हो चुका ऑप्शन नंबर डी, ऑल ऑफ दीज। इन्ना सारे ही आर्टिकल के अधीन राष्ट्रपति आपातकालीन शक्तियां का प्रयोग कर सकता है। नेक्स्ट क्वेश्चन है क्वेश्चन नंबर 40, विच ऑफ द फॉलोइंग प्राइम मिनिस्टर डिड नॉट फेस पार्लियामेंट। हेठां दित्तियां विचों केड़े प्रधानमंत्री ने संसद का सामना नहीं किया सी? ऑप्शंस है चरण सिंह, वीपी सिंह, आई के गुजराल, एच डी देवगौड़ा। तो इसका राइट आंसर है ऑप्शन नंबर ए, चरण सिंह। चरण सिंह ने कदे भी पार्लियामेंट नु फेस नहीं किया। हुण आपां देखते हैं नेक्स्ट क्वेश्चन, क्वेश्चन नंबर 41, हु वाज द डेप्यूटी प्राइम मिनिस्टर ऑफ इंडिया ड्यूरिंग 2002 to 4। 2002 तो 2004 दौरान भारत का उप प्रधानमंत्री कौन सी? ऑप्शंस हैं देवीलाल, एम जोशी, एल के अडवाणी, भैरव सिंह शेखावत। तो इसका राइट आंसर है ऑप्शन नंबर सी, एल के आडवाणी। नेक्स्ट क्वेश्चन देखते हैं, हु इज गवर्नर ऑफ पंजाब। पंजाब का गवर्नर कौन है? ऑप्शंस है कप्तान सिंह सोलंकी, एन वोहरा, शांता कुमार, गोपाल कृष्णा गांधी। तो इसका राइट आंसर ऑप्शन नंबर ए, कप्तान सिंह सोलंकी। नेक्स्ट है 43, what is the number of members of parliament in the Lok Sabha from Punjab। पंजाब तो संसद विच लोक सभा के सदस्यों की गिनती सदस्यों की संख्या की है? ऑप्शंस है 7, 13, 15 और 17। तो इसका राइट आंसर ऑप्शन नंबर बी,
13. Next question है question number 44. Which house is not present in Punjab? पंजाब विच केड़ा सदन मौजूद नहीं है? विधान सभा, राज्य सभा, विधान परिषद ते जिला परिषद। ते इसका राइट आंसर ऑप्शन नंबर सी विधान परिषद। नेक्स्ट क्वेश्चन है क्वेश्चन नंबर 45. हाउ मैनी स्टेट्स आर देयर इन इंडिया? भारत विच किन्ने राज हन? ऑप्शंस है 29, 30, 31, 32। ਤੇ ਇਸ ਦਾ ਰਾਈਟ ਆਨਸਰ ਆਪਸ਼ਨ ਨੰਬਰ 29। ਆਪਾਂ ਇੱਥੇ ਧਿਆਨ ਦੇਣਾ ਹੈ ਕਿ ਜਿਹੜੇ ਵੀ ਕੁਐਸਚਨ ਪੁੱਛੇ ਗਏ ਨੇ ਇਹ 2016 ਦੇ ਹਿਸਾਬ ਨਾਲ ਆਪਾਂ ਇਹਨਾਂ ਦਾ ਆਨਸਰ ਕੀਤਾ ਹੈ। ਤਾਂ ਜਿਹੜੇ ਅੱਜ ਦੀ ਜੋ ਕੰਡੀਸ਼ਨਸ ਹੈ, ਅੱਜ ਦੇ ਜਿੰਨੇ ਸਟੇਟਸ ਹੈ, ਅੱਜ ਜਿਹੜੇ ਪ੍ਰਧਾਨ ਮੰਤਰੀ ਹੈ, ਉਪ ਪ੍ਰਧਾਨ ਮੰਤਰੀ ਹੈ, ਰਾਸ਼ਟਰਪਤੀ ਹੈ, ਉਪ ਰਾਸ਼ਟਰਪਤੀ ਹੈ, ਤੇ ਤੁਸੀਂ ਉਹਨਾਂ ਦਾ ਅੱਜ ਦੇ ਅਕੋਰਡਿੰਗ ਧਿਆਨ ਰੱਖਣਾ ਹੈ। नेक्स्ट क्वेश्चन है 46. आर्टिकल 5 to 11 अंडर पार्ट 2 इन द इंडियन कॉन्स्टिट्यूशन डील विद भारतीय संविधान विच भाग 2 अधीन आर्टिकल 5 तो 11 संबंधित हैं सैकुलरिज्म, इक्वालिटी, सिटीजनशिप और एजुकेशन। तो इसका राइट आंसर ऑप्शन नंबर सी सिटीजनशिप। नेक्स्ट क्वेश्चन देखते हैं क्वेश्चन नंबर 47. इन 2003 विच क्लॉज इन द इंडियन कॉन्स्टिट्यूशन वाज इंट्रोड्यूस्ड? 2003 ਵਿੱਚ ਭਾਰਤੀ ਸੰਵਿਧਾਨ ਵਿੱਚ ਕਿਹੜੀ ਸ਼ਰਤ ਲਿਆਂਦੀ ਗਈ ਸੀ? ਆਪਸ਼ਨਸ ਹੈ persons of Indian origin, overseas citizen of India, non-resident Indian, both A and B। ਤੇ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਬੀ overseas citizen of India। ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 48. ਆਇਡੈਂਟੀਫਾਈ ਦ ਪਰਸਨਸ ਰਿਸਪੌਂਸਿਬਲ ਫॉर द नॉन ਅਲਾਈਨਮੈਂਟ मूवमेंट। असहयोग आंदोलन ਲਈ ਜ਼ਿੰਮੇਦਾਰ ਵਿਅਕਤੀਆਂ ਦੀ ਪਛਾਣ ਕਰੋ। ਆਪਸ਼ਨਸ ਹੈ ਜੋਸਫ ਟੀਟੋ, ਜਵਾਹਰ ਲਾਲ ਨਹਿਰੂ, ਏ ਨਸਰ, ਆਲ ਆਫ them। ਤੇ ਇਸ ਦਾ ਰਾਈਟ ਆਨਸਰ ਹੋ ਜਾਊਗਾ ਆਪਸ਼ਨ ਨੰਬਰ ਡੀ ਆਲ ਆਫ them। ਸਾਰੇ ਹੀ ਜਿਹੜੇ ਵਿਅਕਤੀ ਨੇ ਉਹ ਅਸਹਿਯੋਗ ਅੰਦੋਲਨ ਨਾਲ ਰਿਲੇਟਡ ਨੇ, ਅਸਹਿਯੋਗ ਅੰਦੋਲਨ ਲਈ ਜ਼ਿੰਮੇਦਾਰ ਨੇ। ਉਸ ਦੇ ਬਾਅਦ ਹੈ ਕੁਐਸਚਨ ਨੰਬਰ 49. ਆਈਡੀਆ ਆਫ ਪੰਚਸ਼ੀਲ ओरिजिनेटेड फॉर पंचशील ਦਾ ਵਿਚਾਰ ਉਤਪਨ ਹੋਇਆ ਸੀ ਇੰਡੀਆ ਚੋਂ, ਤਿੱਬਤ ਚੋਂ, ਨੇਪਾਲ ਤੋਂ ਜਾਂ ਚਾਈਨਾ ਤੋਂ? ਇਸ ਦਾ ਰਾਈਟ ਆਨਸਰ ਹੋ ਜਾਊਗਾ ਆਪਸ਼ਨ ਨੰਬਰ ਏ ਇੰਡੀਆ ਤੋਂ ਹੀ ਪੰਚਸ਼ੀਲ ਦਾ ਵਿਚਾਰ ਉਤਪਨ ਹੋਇਆ ਸੀ। ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 50. ਵਿਦ ਹੋਮ ਡਿਡ ਜਵਾਹਰ ਲਾਲ ਨਹਿਰੂ ਸਾਈਨ ਦ ਟ੍ਰੀਟੀ ਇਨ 1954 ਔਨ ਦ ਬੇਸਿਸ ਆਫ ਪੰਚਸ਼ੀਲ? ਪੰਚਸ਼ੀਲ ਦੇ ਆਧਾਰ ਤੇ ਜਵਾਹਰ ਲਾਲ ਨਹਿਰੂ ਨੇ 1954 ਵਿੱਚ ਕਿਸ ਨਾਲ ਸੰਧੀ ਹਸਤਾਖਰ ਕੀਤੀ ਸੀ? ਤੇ ਇਸ ਦੇ ਆਪਸ਼ਨਸ ਦੇਖ ਲੈਣੇ ਆ ਮਾਰਸ਼ਲ ਟੀਟੋ, ਏ ਨਾਸਰ, ਚਾਓ ਐਨ ਲਈ, ਦਲਾਈ ਲਾਮਾ। ਤੇ ਇਸ ਦਾ ਰਾਈਟ ਆਨਸਰ ਹੋ ਜਾਊਗਾ ਆਪਸ਼ਨ ਨੰਬਰ ਸੀ ਚਾਓ ਐਨ ਲਈ ਨਾਲ ਸੰਧੀ ਕੀਤੀ ਸੀ ਜਾਂ ਸੰਧੀ ਹਸਤਾਖਰ ਕੀਤੀ ਸੀ। ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 51. ਦ ਨॉन ਅਲਾਈਨਮੈਂਟ मूवमेंट स्टूड फॉर। असहयोग आंदोलन कायम हुई है, असहयोग लहर कायम हुई है, पीसफुल को एग्जिस्टेंस, डिसआर्मेंट, एंटी कॉलोनियलिज्म, ऑल ऑफ दी अबव। तो इसका राइट आंसर हो जाएगा ऑप्शन नंबर डी ऑल ऑफ दी अबव। नेक्स्ट देखते हैं 52. सिटीजनशिप मीन्स नागरिकता तो भाव है अ सोशल रिकॉग्निशन ऑफ मेंबरशिप ऑफ द सोसाइटी, लीगल रिकॉग्निशन ऑफ द पर्सन एज अ सिटीजन, मेंबरशिप ऑफ द स्टेट, बोथ बी एंड सी। ਤੇ ਇਸ ਦਾ ਰਾਈਟ ਆਨਸਰ ਹੋ ਜਾਊਗਾ ਆਪਸ਼ਨ ਨੰਬਰ ਡੀ ਬੋਥ ਬੀ ਐਂਡ ਸੀ, ਯਾਨੀ ਕਿ ਵਿਅਕਤੀ ਦੀ ਨਾਗਰਿਕ ਦੇ ਤੌਰ ਤੇ ਕਾਨੂੰਨੀ ਸ਼ਨਾਖਤ, ਤੇ ਸੀ ਹੈ ਰਾਜ ਦੀ ਸਦੱਸਤਾ। ਨੈਕਸਟ ਹੈ 53. हु इज चेयरपर्सन ऑफ राज्य सभा? ऑप्शंस है वाइस प्रेसिडेंट ऑफ इंडिया, चीफ जस्टिस ऑफ सुप्रीम कोर्ट, लीडर ऑफ द ओपोजिशन इन राज्य सभा। तो इसका राइट आंसर हो जाएगा ऑप्शन नंबर ए वाइस प्रेसिडेंट इज द चेयरपर्सन ऑफ राज्य सभा। नेक्स्ट है 54. नेम द फर्स्ट वाइस प्रेसिडेंट ऑफ इंडिया। भारत के पहले उप राष्ट्रपति का नाम दसना है। ऑप्शंस हैं जाकिर हुसैन, वी गिरी, एस राधा कृष्णन, बी डी जट्टी। तो इसका राइट आंसर है ऑप्शन नंबर सी एस राधा कृष्णन भारत के पहले उप राष्ट्रपति सी। नेक्स्ट है क्वेश्चन नंबर 55. वट इज द फॉर्म ऑफ गवर्नमेंट इन इंडिया? भारत विच सरकार का रूप की है? फेडरल, पार्लियामेंट्री, सिंडिकल या डिक्टेटरशिप? तो इसका राइट आंसर है ऑप्शन नंबर बी पार्लियामेंट्री, यानी कि संसदीय रूप है। नेक्स्ट है क्वेश्चन नंबर 56. विच आर्टिकल डील्स विद एस्टैब्लिशमेंट एंड कॉन्स्टिट्यूशन ऑफ सुप्रीम कोर्ट इन इंडिया? भारत विच सर्वोच्च अदालत की स्थापना और संगठन नाल केड़ा आर्टिकल संबंधित है? ऑप्शन है आर्टिकल 124, आर्टिकल 126, आर्टिकल 131, आर्टिकल 143।
ਤੇ इसका राइट आंसर ऑप्शन नंबर ए आर्टिकल 124 संबंधित है। नेक्स्ट क्वेश्चन है 57, वेयर इज द सीट ऑफ इंडियन सुप्रीम कोर्ट सिचुएटेड? भारतीय सर्वोच्च अदालत किथे स्थित है? ऑप्शंस हैं दिल्ली, कोलकाता, मुंबई, चेन्नई। तो इसका राइट आंसर है ऑप्शन नंबर ए दिल्ली विच सिचुएटेड है, दिल्ली विच स्थित है। नेक्स्ट क्वेश्चन देखते हैं। नेक्स्ट क्वेश्चन है हु वाज नॉट द चीफ जस्टिस ऑफ सुप्रीम कोर्ट ऑफ इंडिया? ਭਾਰਤ ਦੀ ਸਰਵੋੱਚ ਅਦਾਲਤ ਦਾ ਚੀਫ ਜਸਟਿਸ ਨਹੀਂ ਸੀ। ਇਹਨਾਂ ਚਾਰਾਂ ਵਿੱਚੋਂ ਕੌਣ ਕਦੇ ਵੀ ਚੀਫ ਜਸਟਿਸ ਨਹੀਂ ਰਿਹਾ? ਆਪਸ਼ਨਸ ਹੈ ਏ ਐਨ ਰੇ, ਐਮ ਐਚ ਬੇਗ, ਪੀ ਐਨ ਭਗਵਤੀ, ਐਮ ਸੀ ਸਟੈਲਵਰਡ। ਤੇ ਇਸ ਦਾ ਰਾਈਟ ਆਂਸਰ ਆਪਸ਼ਨ ਨੰਬਰ ਡੀ ਐਮ ਸੀ ਸਟੈਲਵਰਡ, ਜੋ ਕਿ ਕਦੇ ਵੀ ਚੀਫ ਜਸਟਿਸ ਤੇ ਉਹਦੇ ਤੇ ਨਹੀਂ ਰਹੇ। ਨੈਕਸਟ ਹੈ 59, ਲੈਜਿਸਲੇਟਿਵ ਕਾਉਂਸਿਲ ਵਾਸ ਐਬੋਲਿਸ਼ਡ ਇਨ ਪੰਜਾਬ ਵਿਦ ਇਫੈਕਟ ਫਰੋਮ? ਪੰਜਾਬ ਵਿੱਚ ਵਿਧਾਨ ਕਾਉਂਸਲ ਇਸ ਤੋਂ ਬਾਅਦ ਖਤਮ ਹੋ ਗਈ ਸੀ। ਆਪਸ਼ਨਸ ਹੈ ਅਗਸਤ 1 1969, ਜਨਵਰੀ 7 1970, ਜਨਵਰੀ 7 1971, ਜਨਵਰੀ 7 1972। ਤੇ ਇਸ ਦਾ ਰਾਈਟ ਆਂਸਰ ਆਪਸ਼ਨ ਨੰਬਰ ਬੀ ਜਨਵਰੀ 7 1970 ਯਾਨੀ ਕਿ 7 ਜਨਵਰੀ 1970 ਵਿੱਚ ਕਾਉਂਸਿਲ ਵਿਧਾਨ ਕਾਉਂਸਿਲ ਪੰਜਾਬ ਵਿੱਚੋਂ ਖਤਮ ਹੋ ਗਈ ਸੀ। ਨੈਕਸਟ ਕੁਐਸਚਨ ਹੈ ਵਟ ਇਜ਼ ਦ ਨੰਬਰ ਆਫ ਸੀਟਸ ਇਨ ਪੰਜਾਬ ਲੈਜਿਸਲੇਟਿਵ ਅਸੈਂਬਲੀ? ਪੰਜਾਬ ਵਿਧਾਨ ਸਭਾ ਵਿੱਚ ਸੀਟਾਂ ਦੀ ਗਿਣਤੀ ਕਿੰਨੀ ਹੈ? ਆਪਸ਼ਨਸ ਹੈ 117, 119, 120, 127। ਤੇ ਇਸ ਦਾ ਰਾਈਟ ਆਂਸਰ ਹੈ ਆਪਸ਼ਨ ਨੰਬਰ ਏ 117 ਸੀਟਾਂ। ਨੈਕਸਟ ਹੈ 61, ਹੂ ਵੈਲਕਮ ਜੁਡੀਸ਼ੀਅਲ ਐਕਟਿਵਿਜ਼ਮ ਇਨ ਇੰਡੀਆ? ਭਾਰਤ ਵਿੱਚ ਨਿਰਪੱਖ ਚੇਤਨਤਾ ਦਾ ਸਵਾਗਤ ਕਿਸਨੇ ਕੀਤਾ? ਤੇ ਇਸ ਤੇ ਆਪਸ਼ਨਸ ਹੈ ਪੋਲੀਟੀਸ਼ੀਅਨਸ, ਲਾਇਰਸ, ਪਬਲਿਕ, ਬੋਥ ਬੀ ਐਂਡ ਸੀ। ਤੇ ਇਸ ਦਾ ਰਾਈਟ ਆਂਸਰ ਹੈ ਆਪਸ਼ਨ ਨੰਬਰ ਡੀ ਬੋਥ ਬੀ ਐਂਡ ਸੀ, ਯਾਨੀ ਕਿ ਲਾਇਰਸ ਤੇ ਪਬਲਿਕ ਨੇ ਨਿਰਪੱਖ ਚੇਤਨਤਾ ਦਾ ਸਵਾਗਤ ਕੀਤਾ। ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 62, ਵਿਚ ਅਮੈਂਡਮੈਂਟ Act in 1976 incorporated fundamental duties in Indian Constitution? ਭਾਰਤ ਦੇ ਸੰਵਿਧਾਨ ਵਿੱਚ 1976 ਵਿੱਚ ਕਿਹੜੀ ਸ਼ੋਧ ਐਕਟ ਨੇ ਬੁਨਿਆਦੀ ਫਰਜ਼ਾਂ ਨੂੰ ਸ਼ਾਮਿਲ ਕੀਤਾ ਸੀ? ਆਪਸ਼ਨਸ ਹੈ 42nd, 43rd, 44th, 45th। ਤੇ ਇਸ ਦਾ ਰਾਈਟ ਆਂਸਰ ਹੈ ਆਪਸ਼ਨ ਨੰਬਰ ਏ 42nd, ਯਾਨੀ ਕਿ 42ਵੀਂ ਅਮੈਂਡਮੈਂਟ ਐਕਟ ਵਿੱਚ ਸ਼ਾਮਿਲ ਕੀਤੇ ਗਏ ਸੀ। 63 ਕੁਐਸਚਨ ਨੰਬਰ ਹੈ ਦ ਯੂਐਨਓ ਕੇਮ ਇਨਟੂ ਐਗਜ਼ਿਸਟੈਂਸ ਔਨ? ਯੂਐਨਓ ਹੋਂਦ ਵਿੱਚ ਆਇਆ ਸੀ। ਤੇ ਇਸ ਦੇ ਆਪਸ਼ਨਸ ਹੈ 24th ਅਕਤੂਬਰ 1944, 25th ਅਕਤੂਬਰ 1944, 24th ਅਕਤੂਬਰ 1945, 25th ਅਕਤੂਬਰ 1945। ਤੇ ਇਸ ਦਾ ਰਾਈਟ ਆਂਸਰ ਆਪਸ਼ਨ ਨੰਬਰ ਸੀ 24th ਅਕਤੂਬਰ 1945, 24 ਅਕਤੂਬਰ 1945 ਨੂੰ ਇਹਦੀ ਸਥਾਪਨਾ ਕੀਤੀ ਗਈ ਸੀ ਤੇ ਇਹ ਹੋਂਦ ਵਿੱਚ ਆਇਆ ਸੀ। ਤੇ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 64, ਨੇਮ ਦ ਫਰਸਟ ਸੈਕਟਰੀ ਜਨਰਲ ਆਫ ਯੂਐਨਓ? ਯੂਐਨਓ ਦੇ ਪਹਿਲੇ ਸੈਕਟਰੀ ਜਨਰਲ ਦਾ ਨਾਮ ਲਿਖੋ। ਤੇ ਇਸ ਦੇ ਆਪਸ਼ਨ ਹੈ ਟ੍ਰੈਗਵ ਲੀ, ਯੂ ਥੈਨ, ਕਰਟ ਵਿਲਡਿਮ, ਕਾਫੀ ਆਨੰਦ। ਤੇ ਇਸ ਦਾ ਰਾਈਟ ਆਂਸਰ ਹੋ ਜਾਊਗਾ ਆਪਸ਼ਨ ਨੰਬਰ ਏ ਟ੍ਰਾਈਗਵ ਲੀ। Next question है question number 65. The headquarters of the International Court of Justice is situated at options हैं The Hague, Rome, Paris या Geneva। तो इसका right answer option number A The Hague या Hague विच। Next question है question number 66. The headquarters of the UNESCO is situated at options है Rome, Paris, New York, London। UNESCO ਦਾ ਮੁੱਖ ਦਫ਼ਤਰ ਸਥਿਤ ਹੈ ਤੇ ਇਸ ਦਾ ਰਾਈਟ ਆਂਸਰ ਆਪਸ਼ਨ ਨੰਬਰ ਬੀ ਪੈਰਿਸ ਵਿੱਚ। ਇਸ ਦੇ ਬਾਅਦ ਹੈ 67, which country is not the permanent member of the Security Council of UNO? ਕਿਹੜਾ ਦੇਸ਼ UNO ਦੀ ਸੁਰੱਖਿਆ ਸਭਾ ਦਾ ਸਥਾਈ ਸਦस्य ਨਹੀਂ ਹੈ? ਤੇ ਇਸ ਦੇ ਆਪਸ਼ਨਸ ਹੈ ਯੂਕੇ, ਚਾਈਨਾ, ਕੈਨੇਡਾ ਤੇ ਫਰਾਂਸ। ਤੇ ਇਸ ਦਾ ਰਾਈਟ ਆਂਸਰ ਆਪਸ਼ਨ ਨੰਬਰ ਸੀ ਕੈਨੇਡਾ ਸਥਾਈ ਸਦस्य नहीं है। नेक्स्ट है 68, when did the communist China get veto power in the UNO? ਸਾਮਵਾਦੀ ਚੀਨ ਨੂੰ UNO ਵਿੱਚ ਵੀਟੋ ਪਾਵਰ ਕਿਦੋਂ ਮਿਲੀ ਸੀ? ਆਪਸ਼ਨਸ ਹੈ 1970, 1971, 1972, 1975। ਤੇ ਇਸ ਦਾ ਰਾਈਟ ਆਂਸਰ ਆਪਸ਼ਨ ਨੰਬਰ ਬੀ 1971 ਵਿੱਚ ਵੀਟੋ ਪਾਵਰ ਮਿਲੀ ਸੀ। ਨੈਕਸਟ ਹੈ
क्वेश्चन नंबर 69, हु इज द सेक्रेटरी जनरल ऑफ यूएनए? यूएनओ ਦਾ ਸੈਕਟਰੀ ਜਨਰਲ ਕੌਣ ਹੈ? ਆਪਸ਼ਨਸ ਹੈ ਬੁਟਰੋਸ ਬੁਟਰੋਸ ਘਲੀ, ਯੂ ਥੈਂਟ, ਕਾਫੀ ਅਨਨ, ਬੈਨ ਕੀ ਮੂਨ। ਤੇ ਇਸ ਦਾ ਰਾਈਟ ਆਨਸਰ ਆਪਸ਼ਨ ਨੰਬਰ ਡੀ, ਬੈਨ ਕੀ ਮੂਨ ਸੈਕਟਰੀ ਜਨਰਲ ਹੈ ਯੂਐਨਓ ਦੇ 2016 ਵਿੱਚ ਦੇ ਹਿਸਾਬ ਨਾਲ। ਨੈਕਸਟ ਕੁਐਸਚਨ ਹੈ ਵਿਚ ਆਰ ਦ ਮਾਡਲਸ ਆਫ ਫੈਡਰਲਿਜ਼ਮ ਇਨ ਇੰਡੀਆ? ਭਾਰਤ ਵਿੱਚ ਸੰਘਵਾਦ ਦੇ ਮਾਡਲ ਕਿਹੜੇ ਹਨ? ਆਪਸ਼ਨਸ ਹੈ ਯੂਨਿਟੇਰੀਅਨ ਫੈਡਰਲਿਜ਼ਮ, ਕੋਆਪਰੇਟਿਵ ਫੈਡਰਲਿਜ਼ਮ, ਬਾਰਗੇਨਿੰਗ ਫੈਡਰਲਿਜ਼ਮ, ਆਲ ਆਫ ਦੀ ਅਬਵ। ਤੇ ਇਸ ਦਾ ਰਾਈਟ ਆਨਸਰ ਆਪਸ਼ਨ ਨੰਬਰ ਡੀ, ਆਲ ਆਫ ਦੀ ਅਬਵ, ਯਾਨੀ ਕਿ ਤਿੰਨੋਂ ਤਰ੍ਹਾਂ ਦੇ ਹੀ ਫੈਡਰਲਿਜ਼ਮ ਇੰਡੀਆ ਵਿੱਚ ਹੈਗੇ ਨੇ। नेक्स्ट क्वेश्चन है क्वेश्चन नंबर 71, द सरकारिया कमीशन इज नोन फॉर? सरकारिया कमीशन जानिया जाता है सेंट्रल स्टेट रिलेशंस, लिंग्विस्टिक पॉलिसी, फिजिकल कंसोलिडेशन, वाटर डिस्प्यूट्स। ਤੇ ਇਸ ਦਾ ਰਾਈਟ ਆਨਸਰ ਆਪਸ਼ਨ ਨੰਬਰ ਏ, ਸੈਂਟਰਲ ਸਟੇਟ ਰਿਲੇਸ਼ਨਸ, ਕੇਂਦਰ ਰਾਜ ਸੰਬੰਧਾਂ ਲਈ। ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 72, ਵੈਨ ਵਾਸ ਦ ਇਲੈਕਸ਼ਨ ਕਮਿਸ਼ਨ ਐਸਟੈਬਲਿਸ਼ਡ ਇਨ ਇੰਡੀਆ? ਇਲੈਕਸ਼ਨ ਕਮਿਸ਼ਨ ਹੋਂਦ ਵਿੱਚ ਕਿਦੋਂ ਆਇਆ ਸੀ? ਭਾਰਤ ਵਿੱਚ ਚੋਣ ਆਯੋਗ ਕਦੋਂ ਸਥਾਪਿਤ ਹੋਇਆ ਸੀ? ਆਪਸ਼ਨਸ ਹੈ 15 ਅਗਸਤ 1947, ਜਨਵਰੀ 25th 1949, ਜਨਵਰੀ 25th 1950, ਜਨਵਰੀ 25th 1951। ਤੇ ਇਸ ਦਾ ਰਾਈਟ ਆਨਸਰ ਆਪਸ਼ਨ ਨੰਬਰ ਸੀ, ਜਨਵਰੀ 25th 1950। ਇਸ ਦੇ ਬਾਅਦ ਹੈ ਕੁਐਸਚਨ ਨੰਬਰ 73, ਵੈਨ ਡਿਡ ਦ ਇਲੈਕਸ਼ਨ ਕਮਿਸ਼ਨ ਇਨ ਇੰਡੀਆ ਬਿਕਮ ਮਲਟੀ ਮੈਂਬਰ ਬੋਡੀ? ਭਾਰਤ ਵਿੱਚ ਚੋਣ ਆਯੋਗ ਕਦੋਂ ਇੱਕ ਬਹੁ ਸਦੱਸੀ ਸੰਸਥਾ ਬਣੀ ਸੀ? ਤੇ ਆਪਸ਼ਨਸ ਹੈ ਅਕਤੂਬਰ 1st 1993, ਅਕਤੂਬਰ 1st 1994, ਅਕਤੂਬਰ 1st 1995, ਅਕਤੂਬਰ 1st 1996। ਤੇ ਇਸ ਦਾ ਰਾਈਟ ਆਨਸਰ ਆਪਸ਼ਨ ਨੰਬਰ ਏ, ਅਕਤੂਬਰ 1st 1993। ਤੇ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 74, ਆਈਡੈਂਟੀਫਾਈ ਫਾਰਮਰ ਚੀਫ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ? ਪੂਰਬ ਮੁੱਖ ਚੋਣ ਕਮਿਸ਼ਨਰ ਦੀ ਪਹਿਚਾਣ ਕਰੋ। ਇਹਨਾਂ ਚਾਰਾਂ ਵਿੱਚੋਂ ਕੌਣ ਪਹਿਲਾਂ ਮੁੱਖ ਚੋਣ ਕਮਿਸ਼ਨਰ ਰਹਿ ਚੁੱਕਿਆ ਹੈ? ਆਪਸ਼ਨਸ ਹੈ ਐਮ ਆਰ ਮਸਾਨੀ, ਏ ਜੀ ਨੂਰਾਨੀ, ਐਮ ਐਸ ਗਿੱਲ, ਵੀ ਐਮ ਥਾਰਕੁੰਡੇ। ਤੇ ਇਸ ਦਾ ਰਾਈਟ ਆਨਸਰ ਆਪਸ਼ਨ ਨੰਬਰ ਸੀ, ਐਮ ਐਸ ਗਿੱਲ ਪਹਿਲਾਂ ਚੀਫ ਇਲੈਕਸ਼ਨ ਕਮਿਸ਼ਨਰ ਰਹਿ ਚੁੱਕੇ ਨੇ। ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 75, ਵਟ ਡੂ ਨੋਟਾ ਸਟੈਂਡ ਫॉर? ਨੋਟਾ ਤੋਂ ਕੀ ਭਾਵ ਹੈ? ਆਪਸ਼ਨਸ ਹੈ ਨਨ ਆਫ ਦੀ ਅਬਵ, no official time allowed, nothing of the authority, not allowed time allowance। ਤੇ ਇਸ ਦਾ ਰਾਈਟ ਆਨਸਰ ਆਪਸ਼ਨ ਨੰਬਰ ਏ, none of the above। ਤੇ ਇਹ ਸੀਗੇ 2016 ਦੇ ਪੰਜਾਬ ਮਾਸਟਰ ਕੈਡਰ ਦੇ ਐਸਐਸਟੀ ਦੇ ਵਿੱਚ ਸਿਵਿਕਸ ਦਾ ਪੋਰਸ਼ਨ, ਜਿਹਦੇ ਵਿੱਚ ਆਪਾਂ 75 ਕੁਐਸਚਨ ਕੀਤੇ ਨੇ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਬਹੁਤ ਹੀ ਹੈਲਪਫੁਲ ਰਹੂਗੀ। ਸੋ ਫਰੈਂਡਸ, ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਇੱਦਾਂ ਦੇ ਹੀ ਨੌਲੇਜੇਬਲ ਕੁਐਸਚਨਸ ਲੈ ਕੇ। ਟਿਲ ਦੈਨ ਕੀਪ ਵਾਚਿੰਗ, ਕੀਪ ਲਰਨਿੰਗ, ਹੈਵ ਅ ਨਾਈਸ ਡੇ।